ਡੀਅਰ ਸਟੂਡੈਂਟਸ, ਕਲਾਸ 10th ਦੇ ਬੋਰਡ ਦੀ ਤਿਆਰੀ ਵਾਸਤੇ ਬਹੁਤ ਹੀ ਇੰਪੋਰਟੈਂਟ ਤੁਹਾਨੂੰ ਇਹ ਕੁਐਸਚਨ ਪੇਪਰ ਮੈਂ ਕਰਾਉਣ ਜਾ ਰਹੀ ਹਾਂ ਤੇ ਨਾਲ ਮੈਂ ਇੰਗਲਿਸ਼ ਮੀਡੀਅਮ ਦੇ ਬੱਚਿਆਂ ਲਈ ਵੀ ਇੰਗਲਿਸ਼ ਦੇ ਵਿੱਚ ਦੱਸਦੀ ਰਵਾਂਗੀ। ਟਾਈਮ ਹੁਣ ਤੁਹਾਡੇ ਕੋਲ ਬਹੁਤ ਘੱਟ ਰਹਿ ਗਿਆ, ਆਪਾਂ ਜਿੰਨੀ ਜ਼ਿਆਦਾ ਰਿਵੀਜ਼ਨ ਕਰ ਲਵਾਂਗੇ, ਬਾਰ-ਬਾਰ ਕੁਐਸਚਨਸ ਨੂੰ ਵੇਖਾਂਗੇ, ਉਨੇ ਹੀ ਵੱਧ ਆਪਣੀ ਤਿਆਰੀ ਹੁੰਦੀ ਜਾਊਗੀ ਤੇ ਚਾਂਸਸ ਆਪਣੇ ਫੁੱਲ ਮਾਰਕਸ ਦੇ ਵੱਧਦੇ ਜਾਣਗੇ। ਤਾਂ ਸ਼ੁਰੂ ਕਰਦੇ ਹਾਂ ਪੇਪਰ। ਸੈਕਸ਼ਨ A ਦੇ ਵਿੱਚ ਭਾਗ ਊੜਾ ਪਹਿਲਾ ਇੱਕ ਅੰਕਾਂ ਦੇ ਕੁਐਸਚਨ ਹੈਗੇ ਨੇ MCQ। ਪਹਿਲਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਪਰਮੇय ਸੰਖਿਆ ਦਾ ਦਸ਼ਮਲਵ ਰੂਪ ਅਸ਼ਾਂਤ ਹੈ? Which of the given rational numbers decimal representation is non-terminating? ਤੇ ਇਹਦਾ ਸਿੱਧਾ ਜਿਹਾ ਰੂਲ ਹੈ ਬੇਟਾ, ਅਗਰ ਕਿਸੇ ਵੀ ਨੰਬਰ ਨੂੰ ਆਪਾਂ 2 ਨਾਲ 5 ਨਾਲ ਜਾਂ 25 ਦੇ ਮਲਟੀਪਲ ਦੇ ਨਾਲ ਡਿਵਾਈਡ ਕਰਦੇ ਹਾਂ ਤਾਂ ਉਹਦਾ ਜਿਹੜਾ ਡੈਸੀਮਲ ਰਿਪਰੈਜ਼ੈਂਟੇਸ਼ਨ ਹੈ ਉਹ ਸ਼ਾਂਤ ਯਾਨੀ ਕਿ ਟਰਮੀਨੇਟਿੰਗ ਹੁੰਦਾ, ਯਾਨੀ ਕਿ ਪੂਰੀ ਡਿਵੀਜ਼ਨ ਹੋ ਜਾਂਦੀ ਹੈ। ਠੀਕ ਹੈ, ਤਾਂ ਇੱਥੇ ਡੀ ਭਾਗ ਦੇ ਵਿੱਚ ਵੀ 8 2 ਦੀ ਪਾਵਰ 3 ਹੈਗੀ ਹੈ, ਇੱਥੇ 2 ਹੈ, ਇੱਥੇ 5 ਹੈ, ਇੱਥੇ ਆਪਣੇ ਕੋਲ ਡਿਨੋਮੀਨੇਟਰ ਵਿੱਚ 21 ਹੈ, ਯਾਨੀ ਕਿ 30 ਨੂੰ ਜਦੋਂ 21 ਨਾਲ ਆਪਾਂ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਨॉन ਟਰਮੀਨੇਟਿੰਗ ਡੈਸੀਮਲ ਰਿਪਰੈਜ਼ੈਂਟੇਸ਼ਨ ਬਣੇਗਾ, ਯਾਨੀ ਕਿ ਅਸ਼ਾਂਤ ਦਸ਼ਮਲਵ ਵਿਸਤਾਰ ਬਣੇਗਾ। ਤੇ ਦੋ ਘਾਤੀ ਬਹੁਪਦ ਦੇ ਕਿੰਨੇ ਸਿਫਰ ਨਹੀਂ ਹੋ ਸਕਦੇ? ਅ ਕੁਆਡਰਿਕ ਇਕੁਏਸ਼ਨ ਕੈਨ ਨਾਟ ਹੈਵ ਜ਼ੀਰੋਜ਼। ਕਿੰਨੀਆਂ ਜ਼ੀਰੋਜ਼ ਉਹਦੀਆਂ ਨਹੀਂ ਹੋ ਸਕਦੀਆਂ? 3 ਨਹੀਂ ਹੋ ਸਕਦੀਆਂ, ਯਾਨੀ ਕਿ ਕਿਸੇ ਵੀ ਕੁਆਡਰਿਕ ਜਾਂ ਦੋ ਘਾਤੀ ਬਹੁਪਦ ਦੇ 3 ਸੋਲਿਊਸ਼ਨ ਨਹੀਂ ਹੋ ਸਕਦੇ। ਤੀਸਰਾ ਕੁਐਸਚਨ ਬਹੁਤ ਹੀ ਕਾਮਨ ਹੈ, ਹਰ ਵਾਰੀ ਪੇਪਰ ਵਿੱਚ ਆਉਂਦਾ ਹੈ, ਜੇਕਰ ਐਲਫਾ ਬੀਟਾ ਦੋ ਘਾਤੀ ਸਮੀਕਰਨ ax² + bx + c ਦੇ ਸਿਫਰ ਹਨ, if alpha and beta are zeros of the quadratic polynomial, then the sum of roots alpha plus beta is -b/a ਔਰ c/a ਕਿਹਦਾ ਹੁੰਦਾ ਹੈ? alpha ਗੁਣਾ beta ਦਾ ਆਂਸਰ ਹੁੰਦਾ ਹੈ। ਜੇਕਰ 3x + 2y = 5, 3x - 2y = 1 ਹੈ ਤਾਂ y ਦਾ ਮੁੱਲ ਕੀ ਹੋਵੇਗਾ? ਫਾਈਂਡ ਦ ਵੈਲਿਊ ਆਫ y ਇਨ ਦ ਗਿਵਨ ਸੈਟ ਆਫ ਲੀਨੀਅਰ ਇਕੁਏਸ਼ਨਸ। ਤਾਂ ਜਿੱਥੇ ਬੇਟਾ ਧਿਆਨ ਦਿਓ, ਆਪਣੇ ਕੋਲ 3x ਇਹ ਦੋਨੋਂ ਆਪਣੇ ਕੋਲ ਗੁਣਾਂਕ ਵੀ ਬਰਾਬਰ ਨੇ, ਇੱਧਰੋਂ 2y ਦਾ ਕਿਹਦਾ ਗੁਣਾਂਕ ਦਾ ਫਰਕ ਹੈ? ਪਲੱਸ ਮਾਈਨਸ ਦਾ ਫਰਕ ਹੈ, ਤੇ ਇੱਥੇ ਆਪਾਂ ਨੂੰ ਕੀ ਕਰਨਾ? ਐਡ ਕਰਨਾ। ਜਦੋਂ ਆਪਾਂ ਐਡ ਕਰਾਂਗੇ ਇੱਥੇ ਬਣ ਜਾਏਗਾ 6x ਔਰ ਆ ਕੀ ਬਣ ਜਾਏਗਾ? ਆਪਣੇ ਕੋਲ ਕੈਂਸਲ ਹੀ ਹੋ ਜਾਏਗਾ। ਇੱਥੇ ਕੀ ਬਣ ਗਿਆ? 6। ਤਾਂ x ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ? 1 ਇਜ਼ ਦਾ ਆਂਸਰ। ਜੇਕਰ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦਾ ਜੋੜਾ ਸੰਗਤ ਹੋਵੇ ਤਾਂ ਇਹਨਾਂ ਸਮੀਕਰਨਾਂ ਨੂੰ ਦਰਸਾਉਣ ਵਾਲੀਆਂ ਰੇਖਾਵਾਂ ਡੈਸ਼ ਹੋਣਗੀਆਂ। If pair of linear equations is consistent, the corresponding lines are ਕਿ ਸੰਗਤ ਹੋਵੇ ਤਾਂ intersecting ਔਰ ਸੰਪਾਤੀ, ਯਾਨੀ intersecting ਔਰ coincident ਦੋਨੋਂ ਹੀ ਹੋ ਸਕਦੀਆਂ, ਯਾਨੀ ਕਿ ਕਾਟਵੀਆਂ ਔਰ ਸੰਪਾਤੀ। ਆ ਤਾਂ ਰੇਖਾਵਾਂ ਐਵੇਂ ਕੱਟਣਗੀਆਂ, ਇੱਕ ਸੋਲਿਊਸ਼ਨ ਬਣੂਗਾ, ਜਾਂ ਇੱਕ ਦੂਜੇ ਦੇ ਉੱਪਰ ਲਾਏ ਕਰਨਗੀਆਂ ਮੈਨੀ ਸੋਲਿਊਸ਼ਨਸ, ਅਨੇਕਾਂ ਹੱਲ ਬਣਨਗੇ। ਦੋਨੋਂ ਹੀ ਕੇਸਿਸ ਵਿੱਚ ਇਹ ਟਰੂ ਹੈ। ਰੇਖੀ ਸਮੀਕਰਨ ਦੇ ਜੋੜੇ a1x b1y + c1 = 0, a2x b2y + c2 = ਵਿਲੱਖਣ ਹੱਲ ਹੋਵੇਗਾ। ਇਸ ਲੀਨੀਅਰ ਇਕੁਏਸ਼ਨ ਦੇ ਪੇਅਰ ਦੇ ਲਈ ਯੂਨੀਕ ਸੋਲਿਊਸ਼ਨ ਕਦੋਂ ਹੁੰਦਾ? a1/a2 b1/b2 ਨਾ ਬਰਾਬਰ ਹੋਵੇ। ਬੀ ਪਾਰਟ, ਦੋ ਘਾਤੀ ਸਮੀਕਰਨ ਦੇ ਦੋ ਵਾਸਤਵਿਕ ਅਤੇ ਅਸਮਾਨ ਮੂਲ ਹੁੰਦੇ ਹਨ। A quadratic equation have two and unequal roots, ਰੀਅਲ ਵੀ ਹੋਣ ਔਰ ਅਨਇਕੁਅਲ ਵੀ ਹੋਣ, ਉਹ ਵਾਸਤਵਿਕ ਅਤੇ ਅਸਮਾਨ ਮੂਲ ਹੁੰਦੇ ਹਨ, ਯਾਨੀ ਕਿ D ਜਿਹੜਾ ਹੈ ਉਹ ਗ੍ਰੇਟਰ ਦੈਨ 0 ਹੈ। ਇਕੁਅਲ ਟੂ 0 ਕਦੋਂ ਹੋਊਗਾ? ਜਦੋਂ ਵਾਸਤਵਿਕ, ਰੀਅਲ ਔਰ ਬਰਾਬਰ ਵੀ ਹੋਣ। ਠੀਕ ਹੈ, ਔਰ ਲੈਸ ਦੈਨ 0 ਕਦੋਂ ਹੁੰਦਾ ਹੈ? ਜਦੋਂ ਨਾ ਵਾਸਤਵਿਕ ਮੂਲ ਹੋਣ। ਠੀਕ ਹੈ, ਨਾ ਵਾਸਤਵਿਕ ਜਾਂ ਨॉन ਰੀਅਲ ਜਾਂ ਅਨਰੀਅਲ ਰੂਟਸ ਹੋਣ। ਔਰ ਗ੍ਰੇਟਰ ਦੈਨ ਇਕੁਅਲ ਟੂ 0 ਮਤਲਬ ਕੱਲਾ ਜਦੋਂ ਆਪਾਂ ਲਿਖਿਆ ਹੋਵੇ ਕਿ ਵਾਸਤਵਿਕ ਮੂਲ ਹੋਣ। ਇੱਥੇ ਅਸਮਾਨ ਵੀ ਲਿਖਣਾ ਤਾਂ ਦੋਨੋਂ ਅਲੱਗ ਨਾ, ਤਾਂ ਗ੍ਰੇਟਰ ਦੈਨ 0 ਹੋਵੇਗਾ। AP 8 13 18 23 ਦਾ ਪੰਜਵਾਂ ਪਦ ਪਤਾ ਕਰੋ। ਫਾਈਂਡ ਦ 5th ਟਰਮ ਆਫ ਦਾ AP। ਹੁਣ ਇੱਥੇ ਆਪਣੇ ਕੋਲ ਆਹ A ਹੈਗਾ ਹੈ ਔਰ 13 - 8 ਜਿਹੜਾ ਹੈ D, ਆਪਣੇ ਕੋਲ ਕਾਮਨ ਡਿਫਰੈਂਸ ਆ ਗਿਆ 5, ਤਾਂ A5 ਦਾ ਮੁੱਲ A + 4D ਦੇ ਬਰਾਬਰ ਹੈ, ਯਾਨੀ ਕਿ 8 + 4 × 5 ਦੇ ਬਰਾਬਰ ਹੈ। ਇਹ ਸੋਲਵ ਕਰਕੇ ਆਪਣੇ ਕੋਲ ਕਿੰਨਾ ਆ ਜਾਏਗਾ? ਇਹ ਆ ਜਾਏਗਾ 8 + 20, ਯਾਨੀ ਕਿ 28 ਇਜ਼ ਦਾ ਆਂਸਰ। ਤਾਂ 28 ਉੱਤਰ ਆ ਗਿਆ।
ਕਿਸੇ ਬਿੰਦੂ P3 4 ਦਾ ਮੂਲ ਬਿੰਦੂ ਤੋਂ ਦੂਰੀ ਕਿੰਨੀ ਹੋਵੇਗੀ? ਡਿਸਟੈਂਸ ਆਫ 3 and 4 ਫਰਮ 0 0 ਦਾ origin। ਇਹਦਾ ਫਾਰਮੂਲਾ ਸਿੱਧਾ ਹੁੰਦਾ ਹੈ ਸਕੁਆਇਰ ਦੋਨਾਂ ਦਾ ਕਰਕੇ ਪਲੱਸ ਕਰ ਦੋ ਔਰ ਫਿਰ ਲੈ ਲਓ ਵਰਗਮੂਲ। 3 ਸਕੁਆਇਰ ਪਲੱਸ 4 ਸਕੁਆਇਰ, ਇਹ ਆਪਣੇ ਕੋਲ ਕਿੰਨਾ ਆ ਜਾਏਗਾ 9 + 16 25 ਵਰਗਮੂਲ ਯਾਨੀ ਕਿ 5 ਆਂਸਰ ਆ ਗਿਆ। secant square theta minus 1 is equals to 1 plus tan square theta is equals to secant square theta ਦੇ ਬਰਾਬਰ ਹੁੰਦਾ। ਤਾਂ secant square theta -1 ਹੈ, ਇਹ ਗੱਲ ਧਿਆਨ ਰੱਖਣੀ। ਇੱਥੇ -1 ਆਇਆ ਤਾਂ ਆਂਸਰ ਆ ਗਿਆ ਮੇਰੇ ਕੋਲ tangent square theta। ਔਰ ਇਹੀ ਜੇ ਕੋਸਿਕ ਇੱਥੇ ਕੋ ਲਗਾ ਦੋ ਔਰ ਇੱਥੇ ਵੀ ਕੋ ਲਗਾ ਦੋ ਤਾਂ cot ਆਂਸਰ ਆ ਜਾਂਦਾ। ਠੀਕ ਹੈ, cot square theta ਆਂਸਰ ਆ ਜਾਂਦਾ ਆਪਣੇ ਕੋਲ। त्रिभुजा ABC BDE ਦੇ ਖੇਤਰਫਲਾਂ ਦਾ ਅਨੁਪਾਤ ਕੀ ਹੋਵੇਗਾ? Triangle ABC and BDE are two isosceles triangles such that point D is the midpoint of BC. Then area of ABC ratio area of BDE is। ਤਾਂ बेटा इस तरीके की फोटो बनेगी। एक आर ट्रायंगल हो गया, एक आर ट्रायंगल हो गया, एक आर ट्रायंगल हो गया। तीनों ट्रायंगल्स ਜਿਹੜੇ ਆ ਉਹ सेम एरिया ਦੇ ਬਣਨਗੇ। ठीक है, ਤਾਂ ਇਹਦੀ ਆ ਤਿੰਨ ਦੀ ਰੇਸ਼ੋ ਆਏਗੀ ਆਪਣੇ ਕੋਲ 2:1। ਹੇਠ ਲਿਖਿਆਂ ਵਿੱਚੋਂ ਕਿਹੜਾ ਮੱਧਮਾਨ ਦਾ ਸੂਤਰ ਮਾਪ ਨਹੀਂ ਹੈ ਵਿਚ ਇਜ਼ ਨਾਟ ਦਾ ਫਾਰਮੂਲਾ ਫॉर द ਮੀਨ। ਆਹ ਵਾਲਾ ਵੀ ਬੇਟਾ ਡਾਇਰੈਕਟ ਮੈਥਡ ਦਾ ਫਾਰਮੂਲਾ ਹੁੰਦਾ ਆਪਣਾ। ਆਹ ਮੈਥਡ ਆਪਣਾ ਐਜ਼ਿਊਮਡ ਮੀਨ ਦਾ ਫਾਰਮੂਲਾ ਹੁੰਦਾ ਹੈ ਔਰ ਇਹ ਜਿਹੜਾ ਮੈਥਡ ਹੁੰਦਾ ਹੈ ਇਹ ਆਪਣਾ ਸਟੈਪ ਡੇਵੀਏਸ਼ਨ ਮੈਥਡ ਦਾ ਫਾਰਮੂਲਾ ਹੁੰਦਾ ਹੈ। ਠੀਕ ਹੈ, ਆਹ ਵਾਲਾ ਫਾਰਮੂਲਾ ਆਪਣੇ ਕੋਲ ਮੋਡ ਦਾ ਬਹੁਲਕ ਦਾ ਫਾਰਮੂਲਾ ਹੈ। ਠੀਕ ਹੈ, ਤੇ ਇਹ ਵਾਲਾ ਆਂਸਰ ਹੋ ਗਿਆ ਮੇਰੇ ਕੋਲ। ਦ ਲਾਰਜੈਸਟ ਕੌਰਡ ਆਫ ਦ ਸਰਕਲ ਇਸ ਚੱਕਰ ਦੀ ਸਭ ਤੋਂ ਵੱਡੀ ਜੀਵਾ ਕੀ ਹੁੰਦੀ ਹੈ? ਉਹਦਾ ਵਿਆਸ ਹੁੰਦੀ ਹੈ। ਇਹ ਬੇਟਾ ਤੁਸੀਂ ਫੋਟੋ ਤੋਂ ਯਾਦ ਰੱਖ ਸਕਦੇ ਹੋ। ਆ ਆਪਣੇ ਕੋਲ ਸਰਕਲ ਹੈ ਤੇ ਆ ਜਿਹੜੀ ਇਹਨੂੰ ਕੌਰਡ ਕਹਿੰਦੇ ਆਪਾਂ ਨਾ। ਆਹ ਕੌਰਡ ਹੋ ਗਈ ਆਪਣੇ ਕੋਲ, ਇੱਥੇ ਤੋਂ ਲੈ ਕੇ ਇੱਥੇ ਤੱਕ ਕੌਰਡ ਹੈ। ਜੇ ਪੂਰੀ ਆਪਾਂ ਗੱਲ ਕਰੀਏ ਉਹ ਸੀਕੈਂਟ ਕਹਾਉਂਦੀ ਹੈ। ਠੀਕ ਹੈ, ਤੇ ਇਹ ਜੇ ਸੈਂਟਰ ਵਿੱਚੋਂ ਪਾਸ ਕਰਦੀ ਹੈ ਤੇ ਇਹਨੂੰ ਆਪਾਂ ਕਹਿ ਦਿੰਦੇ ਹਾਂ ਵਿਆਸ ਕਹਿ ਦਿੰਦੇ ਹਾਂ, ਹੈ ਨਾ, ਡਾਇਆਮੀਟਰ ਕਹਿ ਦਿੰਦੇ ਹਾਂ। ਔਰ ਇਹ ਲਾਰਜੈਸਟ ਹੁੰਦੀ ਹੈ। ਕਰਵਡ ਸਰਫੇਸ ਏਰੀਆ ਆਫ ਸਿਲੰਡਰ ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ? 2πRh। ਨੈਕਸਟ ਆਪਾਂ ਰਾਈਟ ਰੋਂਗ ਵੱਲ ਚੱਲਦੇ ਹਾਂ। डिस्टेंस फ्रॉम ओरिजिन ऑफ XY, बिंदु XY ਦੀ ਮੂਲ ਬਿੰਦੂ ਤੋਂ x² + y² ਬਿਲਕੁਲ ਸਹੀ ਹੈ। ਕਿਸੇ ਬਿੰਦੂ 2,8 ਦੀ x ਧੁਰੇ ਤੋਂ ਦੂਰੀ, x ਤੋਂ ਧੁਰੀ ਬੇਟਾ y ਹੁੰਦੀ ਹੈ ਔਰ y ਤੋਂ ਧੁਰੀ ਕੀ ਹੁੰਦੀ ਹੈ? x ਹੁੰਦੀ ਹੈ। ਹੁਣ ਉਹਨੇ x ਤੋਂ ਧੁਰੀ ਕੀ ਪੁੱਛੀ ਹੈ? 8 ਹੈ, ਬਿਲਕੁਲ ਠੀਕ ਹੈ। ਥੀਟਾ ਦੇ ਸਾਰੇ ਮੂਲਾਂ ਦੇ ਲਈ sin θ cos θ ਬਰਾਬਰ ਹੁੰਦਾ ਨਹੀਂ। ਜੇ ਆਪਾਂ 30 ਡਿਗਰੀ ਦੀ ਹੀ ਗੱਲ ਕਰੀਏ ਤਾਂ sin 30 ਔਰ cos 30 ਜਿਹੜੇ ਆ ਉਹ ਨਾ ਬਰਾਬਰ ਹੁੰਦੇ ਨੇ। ਤਾਂ ਇਹ ਹੋ ਗਿਆ ਗਲਤ। ਸਿਰਫ 45 ਦੇ ਰੇ ਬਰਾਬਰ ਹੋ ਜਾਂਦੇ ਨੇ। ਥੀਟਾ ਵਾਲੇ ਅਰਧਵਿਆਸੀ ਖੰਡ ਦਾ ਖੇਤਰਫਲ ਏਰੀਆ ਆਫ ਦਾ ਸੈਕਟਰ ਇਜ਼ πr² θ/360 ਰਾਈਟ। ਟੈਂਜੈਂਟ ਥੀਟਾ cot ਥੀਟਾ ਦੇ ਬਰਾਬਰ ਹੈ ਤਾਂ a + b 90 ਡਿਗਰੀ ਹੈ, ਬਿਲਕੁਲ ਸਹੀ ਹੈ। ਇਹ ਇੱਕ ਦੂਸਰੇ ਦੇ ਕੰਪਲੀਮੈਂਟਰੀ ਐਂਗਲ ਹੁੰਦੇ ਨੇ। ਦੋ ਘਾਤੀ ਸਮੀਕਰਨ ਦਾ ਦੋ ਘਾਤੀ ਸੂਤਰ b² - 4ac ਹੈ। ਡਿਸਕ੍ਰਿਮੀਨੈਂਟ ਫॉर ਅ ਕੁਆਡ੍ਰਿਕ ਇਕੁਏਸ਼ਨ ਯੈਸ। ਭੁਜਾ 7 ਸੈਂਟੀਮੀਟਰ ਵਾਲੇ ਘਣਾਕਾਰ ਬਲਾਕ ਦੇ ਉੱਪਰ ਇੱਕ ਅਰਧ ਗੋਲਾ ਰੱਖਿਆ ਗਿਆ ਹੈ। ਅਰਧ ਗੋਲੇ ਦਾ ਵੱਧ ਤੋਂ ਵੱਧ ਵਿਆਸ 7 ਸੈਂਟੀਮੀਟਰ ਹੋ ਸਕਦਾ ਹੈ, ਇਹ ਸਹੀ ਹੈ। ਅ ਹੈਮੀਸਫੀਅਰ ਇਜ਼ ਪਲੇਸਡ ਓਵਰ ਅ ਕਿਊਬ ਆਫ ਸਾਈਡ 7 ਸੈਂਟੀਮੀਟਰ। ਦ ਮੈਕਸਿਮਮ diameter of hemisphere is 7 centimeter। ਬਹੁਲਕ ਕੇਂਦਰੀ ਪ੍ਰਵਰਤੀ ਦਾ ਮਾਪ ਨਹੀਂ ਹੈ। Mode is not a measure of central tendency। Wrong। Central tendency ਦਾ ਮਾਪ ਵਿਚਲਨ ਸੀਮਾ ਨਹੀਂ ਹੁੰਦੀ ਹੈਗੀ। ਥਾਵਾਂ ਭਰੋ। ਦੋ ਘਾਤੀ ਬਹੁਪਦ 2x² - 7x + 3 ਦੇ ਸਿਫਰਾਂ ਦਾ ਗੁਣਨਫਲ। ਇਹ ਕੁਐਸਚਨ ਕਿਸੇ ਨਾ ਕਿਸੇ ਤਰੀਕੇ ਨਾਲ ਆਣਾ ਹੀ ਹੈ ਬੇਟਾ। C/A ਹੈ ਦਾ ਆਂਸਰ। ਤਾਂ ਸੋਲਵ ਕਰ ਲਓ। 3/2 ਪ੍ਰੋਡਕਟ ਆਫ ਜ਼ੀਰੋਸ। ਕਿਸੇ ਸਮਕੋਣ ਤ੍ਰਿਭੁਜ ਵਿੱਚ ਵੱਡੀ ਭੁਜਾ ਦਾ ਵਰਗ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਠੀਕ ਹੈ, ਫਾਰਮੂਲਾ ਹੈ ਹਾਈਪੋਟਨਿਊਜ਼ ਸਕੁਆਇਰ ਇਜ਼ ਇਕੁਅਲਸ ਟੂ ਪਰਪੈਂਡੀਕੂਲਰ ਸਕੁਆਇਰ ਪਲੱਸ ਬੇਸ ਸਕੁਆਇਰ। ਚੱਕਰ ਦੇ ਦੋ ਬਿੰਦੂ ਨੂੰ ਕੱਟਣ ਵਾਲੀ ਰੇਖਾ ਨੂੰ ਛੇਦਕ ਰੇਖਾ ਆਖਦੇ ਹਨ। ਲਾਈਨ ਇੰਟਰਸੈਕਟਿੰਗ ਸਰਕਲ ਇਨ 2 ਪੁਆਇੰਟਸ ਇਜ਼ ਕਾਲਡ ਦ ਸੀਕੈਂਟ। 5 8 11 ਦਾ ਸਾਂਝਾ ਅੰਤਰ ਕਾਮਨ ਡਿਫਰੈਂਸ ਕਿੰਨਾ ਹੋਏਗਾ? ਤਾਂ ਬੇਟਾ ਆਪਾਂ ਸਿੰਪਲੀ 3 ਲਿਖਾਂਗੇ ਦਾ ਆਂਸਰ। ਕਿਉਂ? 5 - 2। ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ। ਇੱਕ ਅਪਾਹਜ ਸੰਖਿਆ ਦੇ ਪ੍ਰਾਪਤ ਕਰਨ ਦੀ ਸੰਭਾਵਨਾ ਕਿੰਨੀ ਹੁੰਦੀ ਹੈ? Dice is thrown once, the probability of getting a prime number 1/2। ਪ੍ਰਾਈਮ ਹੋਵੇ, ਈਵਨ ਹੋਵੇ, ਔਡ ਹੋਵੇ,
ਸਾਰਿਆਂ ਦੀ ਪ੍ਰੋਬੇਬਿਲਿਟੀ ਡਾਈਸ ਦੇ ਕੇਸ ਵਿੱਚ 1/2 ਹੀ ਆਉਂਦੀ ਹੈ। ਕਿਸੇ ਘਟਨਾ ਦੀ ਸੰਭਾਵਨਾ ਹਮੇਸ਼ਾ ਡੈਸ਼ ਤੋਂ ਵੱਡੀ ਜਾਂ ਬਰਾਬਰ ਹੁੰਦੀ ਹੈ। ਦ ਪ੍ਰੋਬੇਬਿਲਿਟੀ ਆਫ ਐਨ ਇਵੈਂਟ ਇਜ਼ ਆਲਵੇਜ਼ ਗ੍ਰੇਟਰ ਦੈਨ ਇਕੁਅਲ ਟੂ 0। ਇਹ ਗੱਲ ਯਾਦ ਰੱਖੋ ਬੇਟਾ, ਜਿਹੜਾ ਪ੍ਰੋਬੇਬਿਲਿਟੀ ਹੈ ਉਹ 1 ਤੋਂ ਛੋਟੀ ਜਾਂ ਬਰਾਬਰ ਹੁੰਦੀ ਹੈ ਔਰ 0 ਤੋਂ ਵੱਡੀ ਜਾਂ ਬਰਾਬਰ ਹੁੰਦੀ। ਜੇ ਆ ਗਿਆ ਵੱਡੀ ਤਾਂ ਆਪਾਂ ਭਰਨਾ 0, ਜੇ ਆ ਗਿਆ ਛੋਟੀ ਤਾਂ ਆਪਾਂ 1। ਇੱਕ ਚੱਕਰ ਖੰਡ ਦਾ ਖੇਤਰਫਲ ਬਰਾਬਰ ਸੰਗਤ ਅਰਧਵਿਆਸੀ ਖੰਡ ਦਾ ਖੇਤਰਫਲ ਮਾਈਨਸ ਸੰਗਤ ਤਿਕੋਣ ਦਾ ਖੇਤਰਫਲ। ਏਰੀਆ ਆਫ ਸੈਗਮੈਂਟ ਇਜ਼ ਇਕੁਅਲਸ ਟੂ ਏਰੀਆ ਆਫ ਸੈਕਟਰ ਮਾਈਨਸ ਕੋਰਸਪੋਂਡਿੰਗ ਟ੍ਰਾਇੰਗਲਸ ਏਰੀਆ। ਦੋ ਅੰਕਾਂ ਵਾਲੇ ਕੁਐਸਚਨ ਵੱਲ ਚੱਲਦੇ ਹਾਂ ਬੇਟਾ ਆਪਾਂ। ਇਹਦੇ ਵਿੱਚ 4th ਕੁਐਸਚਨ ਹੈ ਬੇਟਾ 510 ਐਂਡ 92 ਦਾ HCF ਪਤਾ ਕਰੋ। ਉਹਨਾਂ ਦੇ ਕੋਲ ਤੁਸੀਂ ਨਾ ਯੂਕਲਿਡ ਮੈਥਡ ਵੀ ਲਗਾ ਸਕਦੇ ਹੋ ਔਰ ਜੇ ਤੁਸੀਂ ਚਾਹੋ ਤਾਂ ਪ੍ਰਾਈਮ ਫੈਕਟਰਾਈਜੇਸ਼ਨ ਆਪਾਂ ਆਜ ਗੁਣਨਖੰਡ ਵਿਧੀ ਨਾਲ ਵੀ ਇਹਨੂੰ ਸੋਲਵ ਕਰ ਸਕਦੇ ਹੋ। ਤਾਂ ਮੈਂ ਇੱਥੇ ਸੋਲਵ ਕੀਤਾ ਹੋਇਆ ਇਸ ਕੁਐਸਚਨ ਨੂੰ। 500 ਦੇ ਆਪਾਂ ਫੈਕਟਰਸ ਬਣਾ ਲਈਏ। ਪਹਿਲਾਂ ਈਵਨ ਨੰਬਰ ਹੈ ਤਾਂ 2 ਨਾਲ ਡਿਵਾਈਡ ਕੀਤਾ 255, ਦੈਨ ਪਿੱਛੇ 5 ਆ ਗਿਆ, ਠੀਕ ਹੈ, ਤਾਂ ਆਪਾਂ 5 ਨਾਲ ਡਿਵਾਈਡ ਕਰਤਿਆ ਤਾਂ 51 ਆ ਗਿਆ, ਦੈਨ 3 ਨਾਲ ਡਿਵਾਈਡ ਕਰ ਦਿਓ ਤਾਂ 51 ਜਿਹੜਾ 17 3 ਦਾ 51 ਹੁੰਦਾ ਹੈ। ਤੇ ਸਾਰੇ ਫੈਕਟਰਸ ਬਣ ਗਏ। ਇਹਨੂੰ ਪਾਵਰਸ ਦੇ ਵਿੱਚ ਆਪਾਂ ਲਿਖ ਲਿਆ 1 1 1 1। 92 ਦੇ ਫੈਕਟਰਸ ਬਣਾ ਲਏ, 2 ਬਾਰ 2 ਨਾਲ ਡਿਵਾਈਡ ਹੋਇਆ, ਫਿਰ 23 ਆ ਗਿਆ ਉਹ ਪ੍ਰਾਈਮ ਨੰਬਰ, ਤਾਂ 92 ਆ ਗਿਆ 2 ਪਾਵਰ 2 ਐਂਡ 23 ਪਾਵਰ 1। ਤਾਂ HCF ਕਿੰਨਾ ਹੋ ਗਿਆ ਮੇਰੇ ਕੋਲ ਕਾਮਨ ਫੈਕਟਰ। ਤਾਂ ਕਾਮਨ ਫੈਕਟਰ ਸਿਰਫ ਮੇਰੇ ਕੋਲ ਇੱਥੇ 2 ਹੈ, 2 ਦੀ ਪਾਵਰ 1 ਇੱਥੇ ਕਿਉਂਕਿ 2 ਦੀ ਪਾਵਰ 2 ਹੈ। ਤਾਂ ਸਮੋਲੈਸਟ ਪਾਵਰ ਲੈਣੀ ਆਪਾਂ ਕਾਮਨ ਫੈਕਟਰ ਦੀ ਸਮੋਲੈਸਟ ਪਾਵਰ, ਤਾਂ 2 ਪਾਵਰ 1 ਆ ਗਿਆ। ਹੁਣ ਅਗਰ LCM B ਫਾਈਂਡ ਆਊਟ ਕਰਨਾ ਹੁੰਦਾ ਤਾਂ ਆਪਾਂ ਕੀ ਕਰਦੇ 510 ਮਲਟੀਪਲਾਈ ਬਾਈ 92 ਔਰ ਡਿਵਾਈਡਡ ਬਾਈ ਦਾ HCF। ਸਿੰਪਲੀ ਐਵੇਂ ਹੀ ਕੱਢ ਲਿਆ ਕਰੋ ਇਹਨੂੰ, ਤਾਂ ਇੱਥੇ ਆਪਣਾ ਆਨਸਰ ਇਹਦਾ ਆ ਜਾਂਦਾ। ਤਾਂ ਪਤਾ ਕਰੋ ਫਾਈਂਡ ਦਾ ਜ਼ੀਰੋਜ਼ ਆਫ ਦਾ ਗਿਵਨ ਇਕੁਏਸ਼ਨ। 4u² plus 8u ਨੂੰ ਪਹਿਲਾਂ ਆਪਾਂ ax² plus bx plus c ਫਾਰਮ ਦੇ ਵਿੱਚ ਲਿਖ ਲੈਂਦੇ ਆ, ਠੀਕ ਹੈ। 4u² plus 8u plus c ਦੀ ਥਾਂ ਤੇ ਆਪਾਂ ਲਗਾ ਲਿਆ 0, ਯਾਨੀ ਕਿ a ਮੇਰਾ 4 ਹੈ, b 8 ਹੈ ਔਰ c ਆ ਗਿਆ 0। ਫਸਟ ਆਫ ਆਲ ਫਾਈਂਡ ਦਾ ਡਿਸਕ੍ਰਿਮਨੈਂਟ b² minus 4ac। ਤਾਂ ਇਹ ਵਾਲਾ ਪਾਰਟ ਜਿਹੜਾ ਹੈ 0 ਆ ਗਿਆ। ਇੱਥੇ ਕਈ ਵਾਰ ਬੱਚੇ ਗਲਤੀ ਕਰਦੇ ਇਹਨੂੰ 16 ਲੈ ਲੈਂਦੇ, ਸਾਰਾ ਹੀ ਪਾਰਟ ਬੇਟਾ 0 ਹੋ ਗਿਆ ਕਿਉਂਕਿ ਮੇਰੇ ਕੋਲ c ਹੀ 0 ਹੈ। ਤਾਂ 8² ਮੇਰਾ d ਆ ਗਿਆ, ਇਹਨੂੰ ਸਕੁਆਇਰ ਵਿੱਚ ਹੀ ਲਿਖ ਲਓ ਕਿਉਂਕਿ ਅੱਗੇ ਆਪਾਂ ਇਹਦਾ ਕੀ ਲੈਣਾ ਹੈ ਸਕੁਆਇਰ ਰੂਟ ਲੈਣਾ ਹੈ। ਤਾਂ ਜਿਹੜੇ ਰੂਟਸ ਹੈ ਕਿ ਆ ਗਿਆ -b plus minus √d/2a -8 + -8 ਪਾਵਰ 2। ਤਾਂ ਇਹਨੂੰ ਸੋਲਵ ਕਰਕੇ 8 ਹੀ ਆ ਜਾਣਾ। ਤਾਂ -8 plus -8/8 ਇੱਕ ਵਾਰੀ ਮਾਈਨਸ ਕਰ ਲਓ ਔਰ ਇੱਕ ਵਾਰੀ ਪਲੱਸ ਕਰ ਲਓ। ਆ ਤਾਂ ਮੇਰਾ ਪਾਰਟ ਆ ਗਿਆ 0 ਔਰ ਇੱਥੇ ਕਿੰਨਾ ਆ ਗਿਆ -2। ਇਹਨੂੰ ਸੋਲਵ ਕਰਨ ਦਾ ਇੱਕ ਹੋਰ ਮੈਥਡ ਸੀਗਾ, ਉਹ ਵੀ ਤੁਸੀਂ ਦੇਖ ਲਓ ਕਿਵੇਂ ਕਰ ਸਕਦੇ ਹੋ। ਇਹਨੂੰ ਲਿਖ ਲਓ 4u² plus 8u is equals to 0। u ਨੂੰ ਲੈ ਲਓ ਕਾਮਨ, 4u plus 8 is equals to 0। ਤਾਂ u is equals to 0 and 4u plus 8 is equals to 0। ਤਾਂ 4u is equals to -8, u is equals to -8/4 ਯਾਨੀ ਕਿ -2। ਇੱਕ 0 ਆ ਗਿਆ, ਇੱਕ -2 ਆ ਗਿਆ। ਤਾਂ ਤੁਸੀਂ ਐਵੇਂ ਵੀ ਸ਼ਾਰਟਕਟ ਮੈਥਡ ਨਾਲ ਸੋਲਵ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ अनुपाता a1/a2 b1 b2 c1 c2 ਦੀ ਤੁਲਨਾ ਕਰਕੇ ਪਤਾ ਕਰੋ ਰੇਖੀ ਸਮੀਕਰਨਾਂ ਦਾ ਜੋੜਾ ਸੰਗਤ ਹੈ ਜਾਂ ਅਸੰਗਤ। ਕੰਪੇਅਰਿੰਗ the ratios, find whether the given pair of linear equations is consistent or inconsistent। पालन ने equations 5x - 4y = 5, 9x + 3y = 12। a 5 आ गया, b आ गया -4, c आ गया 5। इधर a2 9 आ गया 12। ਤਾਂ a1/a2 5/9 ਆ ਜਾਏਗਾ, b1/b2 -4/3 ਆ ਗਿਆ। ਇੱਥੇ ਹੀ ਦੇਖ ਲਓ ਬੇਟਾ ਤੁਸੀਂ ਕਿ ਮੇਰੇ ਕੋਲ ਆ a1/a2 is not equal to b1/b2, ਯਾਨੀ ਕਿ ਇਹਦਾ ਇਸ ਇਕੁਏਸ਼ਨ ਦਾ ਯੂਨੀਕ ਸੋਲਿਊਸ਼ਨ ਹੋਏਗਾ, ਵਿਲੱਖਣ ਹੱਲ ਹੋਏਗਾ, ਠੀਕ ਹੈ। ਤਾਂ ਇਹ ਜੋੜਾ ਸੰਗਤ ਹੈ ਯਾਨੀ ਕਿ ਕੰਸਿਸਟੈਂਟ ਹੈ। ਇਹਦਾ ਹੱਲ ਹੈ ਨਾ, ਇਸ ਲਈ ਕੰਸਿਸਟੈਂਟ ਹੈ। ਅਗਰ ਉਹ ਰੇਖਾਵਾਂ ਪੁੱਛੇ ਤਾਂ ਕਿਹੋ ਜਿਹੀਆਂ ਰੇਖਾਵਾਂ ਬਣਨਗੀਆਂ, ਕਾਟਵੀਆਂ ਰੇਖਾਵਾਂ ਬਣਨਗੀਆਂ, ਇੰਟਰਸੈਕਟਿੰਗ ਲਾਈਨਸ ਬਣਨਗੀਆਂ। ਅਗਰ ਆਪਾਂ ਗ੍ਰਾਫ ਬਣਾ ਲਈਏ ਤਾਂ। ਨੈਕਸਟ ਕੁਐਸਚਨ ਚੱਲਦੇ ਹਾਂ। y ਦਾ ਮੁੱਲ ਪਤਾ ਕਰੋ ਜਿਸ ਦੇ ਲਈ ਬਿੰਦੂ P ਅਤੇ Q ਦੇ ਵਿਚਕਾਰ ਦੂਰੀ 10 ਇਕਾਈਆਂ ਹਨ। ਫਾਈਂਡ the value of y for which the distance between the points P and Q is 10 units।
ਤਾਂ ਪੀ ਕਿਊ ਮੈਨੂੰ ਡਿਸਟੈਂਸ ਦੇ ਰੱਖਿਆ 10, ਤਾਂ ਆਪਾਂ ਦੂਰੀ ਸੂਤਰ ਲਗਾਵਾਂਗੇ, ਡਿਸਟੈਂਸ ਫਾਰਮੂਲਾ ਲਗਾਵਾਂਗੇ x1 - x2 ਹੋਲ ਸਕੁਆਇਰ ਪਲੱਸ y1 - y2 ਹੋਲ ਸਕੁਆਇਰ ਅੰਡਰ ਦੀ ਰੂਟ। ਬੇਟਾ ਕਈ ਵਾਰ ਨਾ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਇਹਨੂੰ ਫਾਰਮੂਲੇ ਨੂੰ ਯਾਦ ਕਰਨ ਦੀ ਬਜਾਏ ਨਾ ਤੁਸੀਂ ਇਹ ਧਿਆਨ ਰੱਖੋ x ਵਿੱਚੋਂ x ਮਾਈਨਸ ਕਰਨਾ ਹੈ, y ਵਿੱਚੋਂ y ਮਾਈਨਸ ਕਰਨਾ ਹੈ, ਪਲੱਸ ਲਗਾਵਾਂਗੇ ਵਰਗ ਲਗਾਵਾਂਗੇ, ਠੀਕ ਹੈ। ਤਾਂ 10 ਵਿੱਚੋਂ 2 ਮਾਈਨਸ ਹੋਏ ਆ ਗਿਆ, y ਵਿੱਚੋਂ 3 ਮਾਈਨਸ ਹੋਣਗੇ ਤਾਂ ਪਲੱਸ 3 ਬਣ ਜਾਏਗਾ, ਤਾਂ 8 ਸਕੁਆਇਰ ਪਲੱਸ y ਪਲੱਸ 3 ਹੋਲ ਸਕੁਆਇਰ। ਔਰ ਇੱਧਰੋਂ ਮੈਂ ਕੀ ਲੈ ਲਿਆ, ਦੋਨੋਂ ਪਾਸੇ ਸਕੁਆਇਰ ਲੈਣੇ ਕਰਕੇ ਆ ਜਿਹੜਾ ਵਰਗਮੂਲ ਸੀਗਾ ਇਹ ਕੈਂਸਲ ਹੋ ਗਿਆ, ਇੱਧਰੋਂ ਸਕੁਆਇਰ ਆ ਗਿਆ, ਇਹ 100 ਬਣ ਗਿਆ। ਇੱਥੇ ਲਗਾ ਲਿਆ ਫਾਰਮੂਲਾ a + b ਹੋਲ ਸਕੁਆਇਰ ਦਾ, ਆ 64 ਬਣ ਗਿਆ। y ਸਕੁਆਇਰ ਪਲੱਸ 9 ਪਲੱਸ 6y 100 ਦੇ ਬਰਾਬਰ ਆ ਗਿਆ। y ਸਕੁਆਇਰ ਪਲੱਸ 6y ਇਹਨੂੰ ਕਰਾਂਗੇ ਮਾਈਨਸ ਦਾ -27 = 0 ਸੋਲਵ ਕਰ ਲਿਆ, ਠੀਕ ਹੈ। ਹੁਣ ਇਹਦੇ ਫੈਕਟਰਸ ਬਣਾ ਲਓ ਜਾਂ ਨੂੰ ਡਿਸਕ੍ਰਿਮੀਨੈਂਟ ਮੈਥਡ ਨਾਲ ਸੋਲਵ ਕਰ ਲਓ। ਮੈਂ ਇੱਥੇ ਫੈਕਟਰਸ ਬਣਾਏ ਨੇ 9 × 3 ਹੈ 9 - 3, ਠੀਕ ਹੈ। ਤਾਂ ਫੈਕਟਰਸ ਕੀ ਬਣ ਗਿਆ ਆਪਣੇ ਕੋਲ y + 9 y - 3, ਆਹ ਵਾਲਾ ਫਾਰਮੂਲਾ ਆਪਾਂ ਯੂਜ਼ ਕਰ ਲਈ। ਤਾਂ y + 9 = 0, y - 3 = 0, y या ਤਾਂ 9 ਆ ਗਿਆ, y ਕੀ ਆ ਗਿਆ 3 ਆ ਗਿਆ। In a deck of 52 cards, a card is pulled. Find the probability that the card is a face card. 52 ਪੱਤਿਆਂ ਦੀ ਇੱਕ ਚੰਗੀ ਤਰ੍ਹਾਂ ਫੈਂਟੀ ਤਾਸ਼ ਦੀ ਗੁੱਟੀ ਵਿੱਚ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਸੰਭਾਵਨਾ ਪਤਾ ਕਰੋ ਕਿ ਇਹ ਪੱਤਾ ਇੱਕ ਤਸਵੀਰ ਪੱਤਾ ਹੋਵੇ। ਬੇਟਾ ਆਪਾਂ ਨੂੰ ਪਤਾ ਹੈ ਕਿ ਜਿਹੜੇ ਚਿੱਤਰ ਪੱਤੇ ਹੁੰਦੇ, ਤਸਵੀਰ ਪੱਤੇ ਹੁੰਦੇ ਨੇ, ਕੁੱਲ 12 ਹੁੰਦੇ ਨੇ ਗਿਣਤੀ ਦੇ ਵਿੱਚ, ਔਰ ਕੁੱਲ ਪੱਤੇ ਆਪਣੇ ਕੋਲ ਕਿੰਨੇ ਹੁੰਦੇ 52, ਮਤਲਬ 52 ਵਿੱਚੋਂ 12 ਕੇਸਿਸ ਆਪਣੇ ਫੇਵਰੇਬਲ ਨੇ, ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟੇ ਕੁੱਲ ਪਰਿਣਾਮਾਂ ਦੀ ਗਿਣਤੀ ਆਪਾਂ ਦੇਖੀਏ ਤਾਂ 12/52 ਆਉਂਦੀ ਹੈ। ਤਾਂ ਇੱਥੇ ਆਪਣੇ ਕੋਲ ਆਨਸਰ ਕੀ ਨਿਕਲੇਗਾ 4 3 12, 4 3 12, 3/13 ਆਪਣਾ ਆ ਗਿਆ ਆਨਸਰ। 6 ਸੈਂਟੀਮੀਟਰ ਅਰਧ ਵਿਆਸ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰੋ ਜਿਸ ਦਾ ਕੋਣ 90 ਡਿਗਰੀ ਹੈ। A circle is having radius 6 centimeter and central cone 90 degree. Find the area of sector with central angle 90 degree. ਤਾਂ ਆ ਆਪਣੇ ਕੋਲ ਉਹਦੀ ਫਿਗਰ ਬਣਦੀ ਹੈ। ਏਰੀਆ ਆਫ ਸੈਕਟਰ ਅਰਧ ਵੈਸੀ ਖੰਡ ਦਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ πr² θ/360। ਜਦੋਂ 90 ਡਿਗਰੀ ਆ ਜਾਵੇ ਤਾਂ ਸਮਝੋ ਆਪਾਂ 1/4 ਦਾ ਏਰੀਆ ਕੱਢਣਾ ਚਾਹੁੰਦੇ ਹਾਂ, ਠੀਕ ਹੈ ਨਾ। ਤੇ 90/360 ਜਿਹੜਾ ਉਹ ਕੈਂਸਲ ਕਰਕੇ ਕਿੰਨਾ ਆਣਾ ਆਪਣੇ ਕੋਲ 1/4 ਹੀ ਆਣਾ। ਇੱਧਰੋਂ 4 ਨੂੰ ਆਪਾਂ ਕੈਂਸਲ ਕੀਤਾ, ਇੱਥੇ 3 ਆ ਗਿਆ, 3 ਆ ਗਿਆ, ਤਾਂ ਆਨਸਰ ਕਿੰਨਾ ਆ ਗਿਆ ਮੇਰੇ ਕੋਲ 9 × 22/7 198/7 ਸੈਂਟੀਮੀਟਰ ਸਕੁਆਇਰ। ਜੇਕਰ ਤੁਸੀਂ ਚੈਨਲ ਪਰ ਨਵੇਂ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ 2 ਮਿੰਟ ਕੱਢ ਕੇ ਆਪਣੇ ਸਾਰੇ ਫਰੈਂਡਸ ਦੇ ਨਾਲ ਇਹਨੂੰ ਸ਼ੇਅਰ ਕਰੋ। ਜਿਹੜੇ ਬੱਚੇ ਟਿਊਸ਼ਨਸ ਅਫੋਰਡ ਨਹੀਂ ਕਰ ਪਾ ਰਹੇ ਹੈਗੇ, ਜਿਹੜੇ ਬੱਚੇ ਨੇ ਹਜੇ ਤੱਕ ਤਿਆਰੀ ਨਹੀਂ ਕੀਤੀ ਹੈ, ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ, ਉਹਨਾਂ ਨੂੰ ਗਾਈਡੈਂਸ ਮਿਲ ਸਕੇ। ਤੁਸੀਂ ਦੇਖ ਰਹੇ ਹੋ ਤੁਹਾਡੀ ਕਿੰਨੀ ਵਧੀਆ ਤਿਆਰੀ ਇੱਥੇ ਹੋ ਰਹੀ ਹੈ। ਤਾਂ ਇਹ ਸੀ ਬੇਟਾ ਆਪਣਾ ਸੈਕਸ਼ਨ B। ਹੁਣ ਆਪਾਂ ਚੱਲਦੇ ਹਾਂ ਸੈਕਸ਼ਨ C ਦੇ ਵੱਲ। ਪਹਿਲਾ ਕੁਐਸਚਨ ਹੈ ਇੰਗਲਿਸ਼ ਮੀਡੀਅਮ ਦੇ ਲਈ, ਦ ਸਮ ਆਫ ਰੈਸੀਪ੍ਰੋਕਲ ਆਫ ਰਹਿਮਾਨ's ਏਜ 3 years ago and 5 years from now is 1/3. Find his present age. 3 ਸਾਲ ਪਹਿਲਾਂ ਰਹਿਮਾਨ ਦੀ ਉਮਰ ਸਾਲਾਂ ਵਿੱਚ ਅਤੇ ਹੁਣ ਦੇ 5 ਸਾਲ ਬਾਅਦ ਦੀ ਉਮਰ ਦੇ ਉਲਟ ਕ੍ਰਮਾਂ ਦਾ ਜੋੜ 1/3 ਹੈ। ਉਸ ਦੀ ਵਰਤਮਾਨ ਉਮਰ ਪਤਾ ਕਰੋ। ਜਿਹੜੀ ਚੀਜ਼ ਆਪਾਂ ਨੂੰ ਪੁੱਛੀ ਵੀ ਆਪਾਂ ਉਹੀ ਮੰਨ ਕੇ ਚੱਲਾਂਗੇ ਕਿ ਮੰਨ ਲਓ ਰਹਿਮਾਨ ਦੀ ਵਰਤਮਾਨ ਉਮਰ x ਸਾਲ ਹੈ, 3 ਸਾਲ ਪਹਿਲਾਂ x - 3 ਹੋਗੀ ਔਰ ਉਸ ਦਾ ਉਲਟ 1/x - 3, ਠੀਕ ਹੈ। 5 ਸਾਲ ਬਾਅਦ x + 5 ਹੋ ਜਾਏਗੀ ਔਰ ਉਲਟ ਕ੍ਰਮ ਕਿੰਨਾ ਹੋ ਜਾਏਗਾ 1/x + 5। ਰਹਿਮਾਨ ਦੀ ਪ੍ਰੈਜ਼ੈਂਟ ਏਜ x ਹੈ, 3 years before x - 3 and reciprocal 1/x - 3. After 5 years age will be 1/x + 5 and its reciprocal is 1/x + 5. ਤਾਂ ਹੁਣ ਅਕੋਰਡਿੰਗ ਟੂ ਕੁਐਸਚਨ ਕੀ ਦੇ ਰੱਖਿਆ ਕਿ ਦੋਨੋਂ ਰੈਸੀਪ੍ਰੋਕਲ ਦੋਨੋਂ ਉਲਟ ਕ੍ਰਮਾਂ ਦਾ ਜੋੜ ਕਿਹਦੇ ਬਰਾਬਰ ਹੈ 1/3 ਦੇ ਬਰਾਬਰ ਹੈ। ਸੋ ਆਪਾਂ ਇਹਨੂੰ ਲਿਖ ਲਾਂਗੇ 1/x + 3 + 1/x + 5 = 1/3। ਇੱਥੇ ਆਪਾਂ ਸਿੰਪਲੀ ਬਟਰਫਲਾਈ ਮੈਥਡ ਲਗਾਵਾਂਗੇ, ਕੋਈ ਐਲਸੀਐਮ ਨਹੀਂ ਲੈਣਾ ਤੁਸੀਂ। x + 5 ਉੱਪਰ ਮਲਟੀਪਲਾਈ ਕਰ ਦਿਓ 1 ਦੇ ਨਾਲ, x - 3 ਵੀ 1 ਦੇ ਨਾਲ ਮਲਟੀਪਲਾਈ ਹੋ ਗਿਆ, ਆ ਉੱਪਰ ਰਕਮ ਬਣ ਗਈ। ਨੀਚੇ x - 3 x + 5 ਦੀ ਗੁਣਾ ਲਿਖ ਦਿਓ ਬਰਾਬਰ 1/3। ਇਹਨੂੰ ਹੱਲ ਕਰਾਂਗੇ x + x 2x ਹੋ ਗਿਆ, 5 ਵਿੱਚੋਂ 3 ਗਏ 2 ਆ ਗਿਆ
और इनू मल्टीप्लाई करिए एक्स स्क्वायर आ गया, 5x और -3x 2x हो गया, 5 दिए -15 बन गया, बराबर 1/3। अगेन ਤੁਸੀਂ ਇਹਨੂੰ क्रॉस मल्टीप्लाई कर दो तो रकम अपने कोल की बन जाएगी 6x + 6 बराबर x स्क्वायर + 2x - 15। ਇਹਨੂੰ ਹੁਣ ਅਰੇਂਜ ਕਰ ਲਈ ਇਕੁਏਸ਼ਨ ਨੂੰ, x स्क्वायर + 2x, 6x ਨੂੰ ਆਪਾਂ ਦੂਜੇ ਪਾਸੇ ਲੈ ਜਾਈਏ -6x, 6 ਨੂੰ ਵੀ ਆਪਾਂ ਦੂਜੇ ਪਾਸੇ ਲੈ ਜਾਈਏ ਤਾਂ -15 - 6 = 0। x स्क्वायर ये अपनी इक्वेशन की बन जाएगी x स्क्वायर -4x - 21 = 0। तो ये जो आप फैक्टर्स बनाइए तो यह बनूगा x स्क्वायर + -7 + 3x - 7 × 3 = 0। तो -7 + 3 और -7 + 3 दो फैक्टर्स बन गए, x - 7 तो x + 3 = 0। ਇਹਦਾ मतलब x - 7 0 ਦੇ ਬਰਾबर या x + 3 0 ਦੇ ਬਰਾबर। ਇਹਦਾ मतलब x ਜਾਂ ਤਾਂ 7 ਹੈ ਜਾਂ x - 3 ਹੈ, लेकिन -3 हो नहीं सकता क्योंकि उम्र कदे भी नैगेटिव विच नहीं हुंदी। ਇਹਦਾ मतलब रहमान's प्रेजेंट एज यानी कि वर्तमान उम्र जिहड़ी हैगी है वो किहदे बराबर हो जाएगी अपने कोल 7 ईयर्स 7 साल के बराबर हो जाएगी। नैक्सट क्वेश्चन देखते हैं। उस AP के पहले 51 पदों का जोड़फल पता करो जिसके दूसरे ते तीसरे पद क्रमवार 14 ਅਤੇ 18 ਹਨ। फाइंड द सम ऑफ फर्स्ट 51 टर्म्स ऑफ एन AP whose second and third terms are 14 and 18 रिस्पैक्टिवली। ਜਦੋਂ बेटा ਤੁਹਾਡੇ ਕੋਲ ਸਮ ਦਾ क्वेश्चन आ जाए, चाहे सम का क्वेश्चन ना हो, AP का जे भी क्वेश्चन आया तो तुसी AN वाला फॉर्मूला जरूर पेपर में लिख के आना। तुहानू कुछ समझ लगे ना लगे तुसी AN का फॉर्मूला जरूर लिख दिओ, ठीक है। होर की दे रखा वो देखो, सैकेंड टर्म दे रखी है, दूजी टर्म यानी कि A2 दे रखी है और तीजी टर्म दे रखी है यानी कि A3 तुहानू गिवन है, ठीक है। इन्ना तुसी लिख दिया। हुण इन्हां दे फॉर्मूले लगा दो, ਇਹਦੇ ਵਿੱਚ ਭਰ ਕੇ ਇੱਥੇ 2 ਭਰਾਂਗੇ ਤਾਂ ਕਿੰਨਾ ਆ ਜਾਊਗਾ a + 1d, 3 ਭਰਾਂਗੇ ਤਾਂ ਕਿੰਨਾ ਹੋਊਗਾ a + 2d। ਉਹ 14 18 ਦੇ ਰੱਖੇ। ਇੰਨਾ ਕੰਮ ਤਾਂ ਸਾਰੇ ਬੱਚੇ ਕਰ ਹੀ ਸਕਦੇ ਨੇ। ਫਿਰ ਉਹਨੇ ਸਮ ਦੀ ਗੱਲ ਕੀਤੀ ਸੀ ਤਾਂ SN ਦਾ ਫਾਰਮੂਲਾ ਵੀ ਲਿਖ ਹੀ ਦਿਓ। SN ਦਾ ਫਾਰਮੂਲਾ ਵੀ ਲਿਖੋ, ਠੀਕ ਹੈ। ਆਹ ਵਾਲਾ ਫਾਰਮੂਲੇ ਤੁਸੀਂ ਲਿਖਦੇ ਨੇ, ਕੁਐਸਚਨ ਨੂੰ ਅਨਅਟੈਂਪਟਡ ਨਹੀਂ ਛੱਡ ਕੇ ਆਉਣਾ ਹੈਗਾ। ਬਸ ਕੁਐਸਚਨ ਸ਼ੁਰੂ ਕਰੋ, ਜੋ ਸਮਝ ਆਉਂਦਾ ਉਹਦੇ ਚੋਂ ਕਰ ਦਿਓ। ਹੁਣ ਆਪਾਂ ਇੱਥੋਂ ਸੋਲਵ ਕਰ ਲਾਂਗੇ ਕਿਉਂਕਿ ਉਹਨੇ सम का जो आप फॉर्मूला लिखा तो A और D तो चाहिए ने आपां नूं, पहला पद ते सांझा पद। हुण इहनूं सॉल्व कर लिए, माइनस करांगे तो इत्थों -D बराबर -4 आ गया, D की कीमत 4 आ गई मेरे को। इत्थे पुट कर दी D की कीमत तो A कितना आ जाएगा मेरे को 14 - 4 10 के बराबर आ गया। हुण इत्थे पुट करो वैल्यूज़ कि 51/2 2A + 50D। इत्थे करांगे ना 51 पुट तो 51 विचों 1 गया तो कितना आ गया 50D। 51/2 2 × 10 + 50 × 4। इनू सॉल्व कर लो 51/2 20 + 200, ठीक है। यानी कि 51/2 × 220 110। देखो 11 नाल गुणा करनी कितनी सौखी होंगी है। 51 इत्थे 51 होर लिख लो तो कितना आ जाएगा 561 और नाल लगाना आपां 0 तो 5610 इहदा आ गया अपने कोल आंसर। ਜ਼ਮੀਨ ਦੇ ਇੱਕ ਬਿੰਦੂ ਤੋਂ ਜੋ ਮੀਨਾਰ ਦੇ ਆਧਾਰ ਬਿੰਦੂ ਤੋਂ 30 ਮੀਟਰ ਦੂਰੀ ਤੇ ਹੈ, ਮੀਨਾਰ ਦੇ ਸਿਖਰ ਦਾ ਉਚਾਰਨ ਕੋਣ 30 ਹੈ। ਮੀਨਾਰ ਦੀ ਉਚਾਈ ਪਤਾ ਹੈ। If the angle of elevation of the top of the tower from a point on the ground which is 30 meter away from the foot of the tower is 30 degrees, find the height of the tower या height of the tower is। ਤਾਂ ਆਪਾਂ ਇੱਥੇ ਫੋਟੋ ਬਣਾ ਲਈਏ। ਫਿਗਰ ਬਣਾਉਣੀ ਇਸ ਟ੍ਰਿਗਨੋਮੈਟਰੀ ਦੇ ਕੁਐਸਚਨ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ। ਤੁਹਾਨੂੰ ਫਿਗਰ ਬਣਾ ਲਓ ਤੁਸੀਂ, ਉਹ ਤੋਂ ਬਾਅਦ ਟੈਂਜੈਂਟ ਦਾ ਫਾਰਮੂਲਾ ਲਗਾ ਦਿਓ, ਅੱਧਾ ਕੁਐਸਚਨ ਤਾਂ ਹੱਲ ਹੋ ਹੀ ਜਾਏਗਾ ਤੁਹਾਡਾ। ਆ ਹੋ ਗਿਆ ਟਾਵਰ, ਠੀਕ ਹੈ। ਇੱਥੋਂ ਐਂਗਲ ਮੇਰੇ ਕੋਲ ਕਿੰਨਾ ਦੇ ਰੱਖਿਆ 30 ਡਿਗਰੀ ਔਰ ਆ ਜਿਹੜਾ ਬਿੰਦੂ ਹੈ ਇਹ ਕਿੰਨਾ ਦੂਰ ਹੈ ਫੁੱਟ ਆਫ ਦਾ ਟਾਵਰ ਤੋਂ, ਯਾਨੀ ਕਿ ਮੀਨਾਰ ਦੇ ਆਧਾਰ ਤੋਂ ਕਿੰਨਾ ਮੀਟਰ ਦੂਰ ਹੈ 30 ਮੀਟਰ ਦੂਰ ਹੈ। ਤਾਂ ਆਪਾਂ ਨੂੰ ਬੇਸ ਦੇ ਰੱਖਿਆ ਔਰ ਆਪਾਂ ਨੂੰ ਪਰਪੈਂਡੀਕੂਲਰ ਪੁੱਛਿਆ ਵਾ, ਆਧਾਰ ਦੇ ਰੱਖਿਆ ਔਰ ਕੀ ਪੁੱਛਿਆ ਹੋਇਆ ਲੰਬ, ਠੀਕ ਹੈ।
ਤਾਂ ਇਸ ਟ੍ਰਾਇੰਗਲ ਦੇ ਵਿੱਚ ਲਿਖਤਾ ਏ ਬੀ ਟਾਵਰ ਦੇ ਬਰਾਬਰ ਹੈ। ਹੁਣ ਲਗਾ ਦਿਓ ਟੇਂਜਨ ਦਾ ਫਾਰਮੂਲਾ ਏ ਬੀ ਬਟੇ ਬੀ ਸੀ। ਆ ਗਿਆ ਏ ਬੀ ਔਰ ਆ ਗਿਆ ਬੀ ਸੀ, ਪਰਪੈਂਡੀਕੂਲਰ ਅਪॉन ਬੇਸ। ਠੀਕ ਹੈ, ਟੇਂਜਨ 30 ਡਿਗਰੀ 1/√3 ਦੇ ਬਰਾਬਰ ਹੁੰਦਾ। ਇੱਥੋਂ ਕੁਐਸਚਨ ਨੂੰ ਕਰ ਲਓ ਸੋਲਵ। ਅਪॉन √3 ए बी पता करना चाहते हैं और बी सी दे रखा है 30, तो ए बी बराबर आ गया 30/√3 ਦੇ बराबर। √3 ਇਹਨੂੰ ਆਪਾਂ ਕਰ ਲਈਏ ਪਰਮੇਈਕਰਨ। ठीक है, वर्गमूल 3 रैशनलाइजेशन करती तो आ गया 30√3 और डिवाइडेड बाय 3, ये कैंसल हो गया 10। तो 10 वर्गमूल 3 ਇੱਥੇ भी ਛੱਡ ਦਿਓ आंसर ਤਾਂ भी ठीक है। जे तुसीं ਇਹਨੂੰ 10 गुणा 1.732 यानी कि 17.32 लिख दोगे फिर तो होर भी वधिया गल है मीटर दे विच। ये आ गई हाइट ऑफ द टावर। अगला क्वेश्चन चलते हैं। अगला क्वेश्चन जिहड़ा है थोड़ा ट्रिग्नोमैट्रिक रेशोज़ त्रिकोणमिति अनुपातां वाले क्वेश्चन है कि सीकन थीटा का मुल अगर 13/12 है तो बाकी त्रिकोणमिति अनुपात पता करो। सीकन थीटा कई बार बच्चों को पता लगता भी किहड़ी रेशो लिखनी है, तो इहनूं कॉस विच बदल उल्टा लो 12/13। हुण कॉस की हुंदा जिस टेबल के हिसाब नाल आधार बटे करण। तुसीं त्रिकोण बना लो, त्रिकोण बनाए बिना क्वेश्चन हल नहीं होना। समकोण त्रिकोण बना ली, हमेशा आधार नूं नीचे लिखो। आ गया 12, आ गया थोड़े कोल करण। ठीक है, हुण इत्थे आपां पाइथागोरस थ्योरम लगा के पता कर लांगे कि लंब कितना है, फिर बाकी त्रिकोणमिति अनुपात निकल आउणगे। तां लंब दी घात 2 प्लस आधार दी घात 2 करण दी घात 2 दे बराबर हुंदा है। तो 13² = p² + 12²। इनू हल करके p अपने को कितना आ गया 5। ठीक है, हुण आ टेबल याद रखो, पंडित बद्री प्रसाद हर हर बोले। ऊपर साइन कॉस टैन, नीचे कोसिकन सीकन ते कॉट। बस इत्थों तुसीं सारे मुल लिख लो। हुण साइन थीटा बराबर लंब बटे करण। लंब आया है 5 और करण हैगा है 13। कॉस थीटा तुहानूं दे ही रखिया सीगा, वो तुसीं लिख ही लिया पहला। ठीक है, टेंजेंट थीटा बराबर लंब बटे आधार परपेंडिकुलर बटे बेस यानी कि 5/12। ते कोसीकन थीटा बराबर करण बटे आधार या अदा उल्टा दो 13/5। टेंजेंट का उल्टा कोटेंजेंट, इनू उल्टा के लिख दो 12/5। ये सारे आंसर अपने को आ गए। बहुत ही सौखा 4 मार्क्स का क्वेश्चन है। अगला क्वेश्चन चलते हैं जिहड़ा कि अपने सतही खेत्रफल अते आयतन दे विचों है, वॉल्यूम एंड सरफेस एरिया। बहुत ही पॉपुलर क्वेश्चन है, तुसीं जरूर तैयार भी किया होना। एक खिडाणा 3.5 सेंटीमीटर अर्ध व्यास वाले एक शंकु आकार का है जो उसे अर्ध व्यास वाले एक अर्धगोले ते टिकिया हुआ है। खिडौने की कुल ऊंचाई 15.5 सेंटीमीटर है। इस खिडौने की कुल सतह का खेत्रफल पता करो। एक गल हुण ध्यान रखना, कई बार बच्चे गलती करते हैं कि शंकु देख लिया और कुल सतह तो वह लगाता तुसीं खेत्रफल का एरिया, तो वह क्वेश्चन गलत हो जाएगा। गलती तां नहीं होगी जे तुसीं उहदी फिगर ड्रॉ कर लोगे। इंग्लिश विच देखते हैं, अ टॉय इज इन द फॉर्म ऑफ अ कोन ऑफ रेडियस 3.5 सेंटीमीटर माउंटेड ऑन अ हेमीस्फीयर ऑफ द सेम रेडियस। यानी कि हेमीस्फीयर और कोन की रेडियस सेम है। टोटल हाइट ऑफ द टॉय इज 15.5। फाइंड द टोटल सरफेस एरिया ऑफ द टॉय। आ आप फोटो बना ली, आ अपने को टॉय हैगा, आ मेरे को हेमीस्फीयर है यानी कि अर्धगोला और ਉਹਦੇ ਉੱਪਰ ਕੀ ਹੈਗਾ ਹੈ ਆਪਣੇ ਕੋਲ ਸ਼ੰਕੂ यानी कि ਕੋਨ। ਤੇ ਕੁੱਲ ਉਚਾਈ ਜਿਹੜੀ ਇੱਥੇ ਤੋਂ ਲੈ ਕੇ ਇੱਥੇ ਤੱਕ ਉਚਾਈ ਦੇ ਰੱਖੀ ਹੈ, ਇਹ ਕਿੰਨੀ ਦੇ ਰੱਖੀ ਹੈ ਕੁੱਲ ਪੂਰੀ 15.5। ਤੇ ਜੇ ਮੈਂ ਸ਼ੰਕੂ ਦੀ ਉਚਾਈ ਕੱਢਾਂ ਇੱਥੇ 15.5 ਦੇ ਵਿੱਚੋਂ 3.5 ਇੱਥੇ ਕਿੰਨੀ ਆ ਜੂਗੀ ਮੇਰੇ ਕੋਲ ਆ ਉਚਾਈ 12 ਸੈਂਟੀਮੀਟਰ ਆਪਾਂ ਇੱਥੇ ਕੱਢਣੀ ਵੀ ਹੈਗੀ ਹੈ। ਹੁਣ ਦੇਖੋ ਦਾ ਟੋਟਲ ਸਰਫੇਸ ਏਰੀਆ ਅਸਲ ਵਿੱਚ ਕੀ ਹੋਵੇਗਾ, ਜਿਹੜਾ ਆ ਸ਼ੰਕੂ ਹੈ ਇਹਦਾ ਕਰਵਡ ਸਰਫੇਸ ਏਰੀਆ, ਆ ਵਾਲਾ ਕਰਵਡ ਸਰਫੇਸ ਏਰੀਆ और नीचे जो हैमीस्फीयर है ਉਹਦਾ भी कर्व सरफेस एरिया। टेढ़ी सतह का खेत्रफल पूरी की पूरी फिगर का तो वह बन जाएगा πrl + 2πr²। अर्धगोले का कर्व सरफेस एरिया कुल दी टेढ़ी सतह का खेत्रफल जोड़ा होंदा है वो 2πr² होंदा, कुल होंदा 3πr²। हुण गल है भी अलग अलग कढ़ ली आपां, इत्थे एल की कीमत नहीं दे रखी, तो इस फिगर के अनुसार एल की घात 2 एच की घात 2 + आर की घात 2 के बराबर हो जाऊगा। तो ये ਆਪਾਂ फाइंड आउट कर ਲਈ कि ਜਿਹੜੀ हाइट है शंकु की ऊंचाई है वो 12 सेंटीमीटर आ गई। हुण लगा दो फॉर्मूला
3.5 स्क्वायर प्लस 12 स्क्वायर अंडर दी रूट, ये आ गया मेरे को 12.5 सेंटीमीटर। ये एल आ गया। हुण आपां इहदा टोटल सरफेस एरिया पता करना है, जो कि अपना असल विच क्वेश्चन हैगा। पाई आर 2r प्लस एल, इत्थों कॉमन ले लेना, पाई आर दोनों विच हैगा, कॉमन लेना क्वेश्चन सौखा हो जाता है। तो 22/7 आर हैगा 3.5, 2 गुणा 3.5 प्लस 12.5, 22/7 गुणा 3.5, 7 प्लस 12.5, 0.5 आ गया इत्थे, ठीक है। 22 गुणा 0.5 गुणा 19.5, 214.5 सेंटीमीटर स्क्वायर। एक होर बेटा एग्जामिनेशन टिप है, कैलकुलेशन पर टाइम वेस्ट नहीं करना हैगा, तुसी इत्थे तक लिया के क्वेश्चन नूं छड्ड दो और अपने पेपर पर ना इहदा एक क्वेश्चन मार्क का निशान बना लो, बाकी जो पेपर हो जाए फिर तुसी कैलकुलेशन करके आंसर लिख दो, ठीक है। क्योंकि इत्थे तक भी कर दोगे ना, आ वाला काम भी इत्थे तक कर दोगे, 4 नंबरों में तुहानूं 3 नंबर मिल जाएंगे, आ 1 नंबर का काम तुसी बाद विच भी कर सकते हो। बेटा हुण आपां 6 मार्क्स के क्वेश्चन देखते हैं, जिहदे तुहाडे कोल 3 क्वेश्चन आएंगे 6 मार्क्स के। पहला क्वेश्चन उहदे विच ज़्यादातर थ्योरम का हुंदा है। सिद्ध करो किसी त्रिभुज विच किसी एक भुजा के समांतर कोई रेखा खिंची जाए तां बाकी दो भुजावां नूं ਵੱਖੋ ਵੱਖਰੇ बिंदुओं में कट्टिया जा सके तां ਇਹ बाकी दो भुजावां के समान अनुपात में वंडदी है। ये होगी थेरी थेल्स थ्योरम या फिर समान अनुपातता थ्योरम। ਇਹਦੇ वीडियो का लिंक मैं ਤੁਹਾਨੂੰ डिस्क्रिप्शन बॉक्स में प्रोवाइड कर ਦਾਂਗੀ। दूसरी थ्योरम ਜਿਹੜੀ चॉइस ਵਿੱਚ आई है, सिद्ध करो चक्कर के किसी बिंदु ते स्पर्श रेखा स्पर्श बिंदु तो जाण वाली अर्ध व्यास ते लंब हुंदी है। ये भी मैं ਤੁਹਾਨੂੰ थ्योरम करवाई हुई है, ਇਹਦਾ वीडियो का लिंक भी मैं डिस्क्रिप्शन बॉक्स में प्रोवाइड कर ਦਾਂਗੀ। ਜਿਹੜਾ होर ऑप्शन ਵਿੱਚ क्वेश्चन अगला क्वेश्चन आऊगा वो हैगा है अपना स्टैटिस्टिक्स वाले चैप्टर ਦੇ ਵਿੱਚੋਂ, यानी कि आंकड़ा विज्ञान ਦੇ ਵਿੱਚੋਂ मीन ਦਾ मोड और मीडियन, ठीक है। तुसी 2 टॉपिक पक्के करके जाने ने, मोड मीन और मीडियन विचों कोई एक चीज़ तैयार कर लो, क्योंकि 2 क्वेश्चन आएंगे चॉइस के विच, ठीक है। तो आपां पहला क्वेश्चन इत्थे देख लैंदे हां। हेठां दित्ती वंड सारणी एक मुहल्ले के बच्चों का रोज़ाना जेब खर्च दर्शाउंदी है। जेकर मध्यमान जेब खर्च 18 है तो अज्ञात बारंबारता एफ पता करो। बहुत बार आता है, जे मध्यमान का क्वेश्चन आता है एफ फाइंड आउट वाला क्वेश्चन बहुत बार आता है। तो क्वेश्चन आपां सॉल्व कर लैंदे हां। in a society the pocket money, the daily pocket money table is given. If the mean pocket money is ₹18, then find the value of f। तो इस क्वेश्चन नूं बेटा आपां एज्यूम्ड मीन मैथड काल्पनिक मध्यमान विधि नाल करांगे तो क्वेश्चन थोड़ा कैलकुलेशन छोटी हो जाएगी। आपां 18 नूं इत्थे a मान लांगे तो डी आई एक्स आई माइनस ए आई हो जाएगा ना, अपना ए जोड़ा है वो 18 हो जाएगा। तो जो आप माइनस करांगे एक्स आई विचों ए तो 18 के सामने तो 0 आ जाएगा, तो उपर 2 का फर्क है तो -2 -4 -6 नीचे 2 4 6। हुण आप एफ आई डी आई नूं मल्टीप्लाई करते हैं, ठीक है, यानी कि इधरों एफ आई और डी आई आ दोनों खाने आप गुणा करांगे। इत्थे एवें निशान पा लो तुसीं मल्टीप्लीकेशन का, तो अपने को मल्टीप्लीकेशन पर आता जाएगा -42 -24 -18, 0 के सामने 0, 2 और f गुणा होकर 2f आ गया, 20 24। ये सारे का आप जोड़ करांगे तो कितना आ जाएगा 2f - 40। तो उधरों जी अपनी बारंबारता दे रखी है, फ्रीकुएंसी दे रखी है, वह जोड़ अपने को आ जाएगा 44 + f, ठीक है। हुण आपां फॉर्मूला लगा लांगे। फॉर्मूला की कहता है, मीन का फॉर्मूला की कहता है एज्यूम्ड मीन वाला ए प्लस समेशन एफ आई डी आई अपॉन समेशन एफ आई। ए अपने को कितना मन्निया सीगा आपां 18 प्लस ब्रैकेट दे विच 2f - 40 है ना, 2f - 40 और उन्होंने डिवाइड करना है 44 + f दे नाल। ये सारे की कीमत किहदे बराबर दे रखी आपां नूं 18 के बराबर, तो ए और 18 तो दोनों कैंसल हो जाएंगे, तो 0 = 2f - 40 अपॉन 44 + f। देखो क्वेश्चन कितना सौखा हो गया,
दिस इंप्लॉयज 2s माइनस 40 इज इक्वल्स टू 0 और f मेरे को कितना आ गया 40/2 यानी कि 20 इज द आंसर। ਇਹਦਾ ਸੈਕੰਡ ਆਪਸ਼ਨ ਵੀ ਵੇਖ ਲੈਂਦੇ ਹਾਂ। ਸੈਕੰਡ ਆਪਸ਼ਨ ਵਿੱਚ ਆਪਣੇ ਕੋਲ ਕੁਐਸਚਨ ਕੀ ਹੈ, ਹੇਠਾਂ ਦਿੱਤੀ ਗਈ ਵੰਡ ਸਾਰਣੀ ਇੱਕ ਜਮਾਤ ਦੇ 30 ਵਿਦਿਆਰਥੀਆਂ ਦੇ ਵਜ਼ਨ ਨੂੰ ਦਰਸਾਉਂਦੀ ਹੈ। ਵਿਦਿਆਰਥੀਆਂ ਦਾ ਮੱਧਿਕਾ ਭਾਰ ਪਤਾ ਕਰੋ। Given table shows the weight of 30 students. Find the median weight. ਇਹਦੇ ਵਿੱਚ ਆਪਾਂ ਨੂੰ ਕਿਊਮੂਲੇਟਿਵ ਫ੍ਰੀਕੁਐਂਸੀ ਕੱਢਣੀ ਪੈਂਦੀ ਹੈ ਬੇਟਾ। 2 ਦੇ ਸਾਹਮਣੇ 2 ਆ ਜਾਏਗਾ ਔਰ ਇੱਥੇ ਕਿੰਨਾ ਆਊਗਾ 2 ਔਰ 3 ਨੂੰ ਆਪਾਂ ਜੋੜ ਦਾਂਗੇ ਤਾਂ ਕਿੰਨਾ ਆ ਜਾਏਗਾ 5 ਤੇ ਬਾਕੀ ਵੀ ਆਪਾਂ ਲਿਖ ਲੈਂਦੇ ਇਸੇ ਤਰੀਕੇ ਨਾਲ 13 19 25 28 और 30। ठीक है, आपने को जोड़ दे ही रखा सीगा एन किदे बराबर है 30 ਦੇ बराबर है। ठीक है, ਹੁਣ ਤੁਹਾਨੂੰ ਪਤਾ ਵੀ ਮੀਡੀਅਨ ਪਤਾ ਕਰਨ ਲਈ ਮੱਧਿਕਾ ਪਤਾ ਕਰਨ ਲਈ ਆਪਾਂ ਨੂੰ n/2 ਪਤਾ ਕਰਨਾ ਪੈਂਦਾ ਹੈ। 15 ਆ ਗਿਆ। ਹੁਣ 15 ਜਦੋਂ ਆ ਗਿਆ ਤਾਂ ਸਭ ਤੋਂ ਪਹਿਲਾਂ ਆਪਾਂ ਡਿਸਾਈਡ ਕਰਾਂਗੇ ਕਿ ਆਪਣੀ ਮੱਧਿਕਾ ਦੀ ਵਰਗ ਕਿਹੜਾ ਹੋਊਗਾ ਯਾਨੀ ਕਿ ਮੀਡੀਅਨ ਕਲਾਸ ਕਿਹੜੀ ਹੋਊਗੀ। 15 ਤੋਂ ਵੱਡਾ ਆ ਰਿਹਾ ਕਿਊਮੂਲੇਟਿਵ ਫ੍ਰੀਕੁਐਂਸੀ 19 ਜਸਟ ਵੱਡਾ ਤੇ ਇਹਦੇ ਸਾਹਮਣੇ ਵਾਲੀ ਕਲਾਸ ਆਪਾਂ ਲਵਾਂਗੇ 55 ਤੋਂ 60 ਵਾਲੀ ਤੇ ਆ ਗਈ ਮੇਰੇ ਕੋਲ ਮੀਡੀਅਨ ਕਲਾਸ ਤੇ ਇਹਦੇ ਹਿਸਾਬ ਨਾਲ ਹੁਣ ਮੇਰੇ ਕੋਲ ਜਿਹੜਾ ਲੋਅਰ ਲਿਮਿਟ L ਹੈ ਕਿੰਨਾ ਆ ਗਿਆ 55 ਤੇ ਫ੍ਰੀਕੁਐਂਸੀ ਆ ਮੇਰਾ F ਹੋ ਗਿਆ। F ਕਿੰਨੀ ਆ ਗਈ ਮੇਰੇ ਕੋਲ 6 ਤੇ ਕਿਊਮੂਲੇਟਿਵ ਫ੍ਰੀਕੁਐਂਸੀ ਇਸ ਤੋਂ ਪਿਛਲੀ ਵਾਲੀ ਲਈ ਦੀ ਹੁੰਦੀ ਹੈ। CF ਕਿੰਨਾ ਆ ਗਿਆ ਮੇਰੇ ਕੋਲ 13। ठीक है, तो H तो आपको पता ही है 5 का फर्क है सारे दे विच। ठीक है, 55 प्लस 15 माइनस 13/6 मल्टीप्लाइड बाय 5 तो कैलकुलेट करके आ गया 55 प्लस इनू रकम नू हल कर लांगे तो 1.67 56.67 kg। एक गल का ध्यान रखो 56.67 आया ਤੁਸੀਂ ਮੀਡੀਅਨ ਕਲਾਸ ਡਿਸਾਈਡ ਕੀਤੀ ਸੀ 55 to 60 ਦੇ ਵਿੱਚ ਹੀ ਆਨਸਰ ਆਣਾ ਚਾਹੀਦਾ ਹੈ, ਅਦਰਵਾਈਜ਼ ਤੁਹਾਡਾ ਆਨਸਰ ਗਲਤ ਹੈ। 6 ਮਾਰਕਸ ਦੇ ਬੇਟਾ ਆਪਣੇ ਕੋਲ 3 ਕੁਐਸਚਨਸ ਆਣੇ ਨੇ ਔਰ ਉਹਦੇ ਵਿੱਚ ਇੱਕ ਕੁਐਸਚਨ ਜਿਹੜਾ ਹੈ ਉਹ ਲੀਨੀਅਰ ਇਕੁਏਸ਼ਨਸ ਇਨ 2 ਵੇਰੀਏਬਲਸ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਵਿੱਚੋਂ ਬਣਦਾ ਹੈ। ਦ ਕਾਸਟ ਆਫ 5 pencils and 7 pens is 50 rupees. The cost of 7 pencils and 5 pens is 46 rupees. Find their cost of 1 pencil and 1 pen. 5 ਪੈਨਸਲਾਂ ਸੇ 7 ਕਲਮਾਂ ਦਾ ਮੁੱਲ 50 ਰੁਪਏ ਹੈ। 7 ਪੈਨਸਲਾਂ ਤੇ 5 ਕਲਮਾਂ ਦਾ ਮੁੱਲ 46 ਰੁਪਏ ਹੈ। ਇੱਕ ਪੈਨਸਲ ਅਤੇ ਇੱਕ ਕਲਮ ਦਾ ਮੁੱਲ ਪਤਾ ਕਰੋ। ਬਹੁਤ ਹੀ ਸੌਖਾ ਕੁਐਸਚਨ ਹੈ, ਬਹੁਤ ਹੀ ਜ਼ਿਆਦਾ ਸੌਖਾ ਕੁਐਸਚਨ ਹੈ। ਇਕੁਏਸ਼ਨ ਬਣਾਉਣੀ ਵੀ ਬਹੁਤ ਹੀ ਸੌਖੀ ਹੈ ਦੀ। ਤੁਸੀਂ ਪੈਨਸਲਾਂ ਦਾ ਮੁੱਲ x ਮੰਨ ਲੈਣਾ ਹੈ, ਕਲਮਾਂ ਦਾ ਮੁੱਲ y ਮੰਨ ਲੈਣਾ ਹੈ। ਲੈਟ ਦ ਕਾਸਟ ਆਫ 1 ਪੈਨਸਿਲ ਬੀ x, ਲੈਟ ਦ ਕਾਸਟ ਆਫ 1 ਪੈਨ ਬੀ y। ਠੀਕ ਹੈ, ਹੁਣ ਇੱਥੋਂ ਹੀ ਤੁਹਾਡੀ ਇਕੁਏਸ਼ਨ ਬਣ ਜਾਣੀ 5x plus 7y is equals to 50, 7x plus 5y is equals to 46। ਆ ਦੋ ਇਕੁਏਸ਼ਨਾਂ ਤਿਆਰ ਹੋ ਗਈਆਂ। ਬਸ ਦੋ ਚੱਲਾਂ ਵਾਲੇ ਰੇਖੀ ਸਮੀਕਰਨ ਜਿਸ ਵੀ ਮੈਥਡ ਨਾਲ ਤੁਹਾਨੂੰ ਹੱਲ ਕਰਨੇ ਆਉਂਦੇ ਨੇ ਉਵੇਂ ਤੁਸੀਂ ਹੱਲ ਕਰ ਲਓ। ਮੈਂ ਇੱਥੇ ਇਕੁਏਟਿੰਗ ਦਾ ਕੋਫੀਸ਼ੀਐਂਟਸ ਗੁਣਾਂਕਾਂ ਨੂੰ ਬਰਾਬਰ ਕਰਨੇ ਵਾਲਾ ਮੈਥਡ ਯੂਜ਼ ਕਰ ਰਹੀ ਹਾਂ। ਤਾਂ ਪਹਿਲੀ ਸਮੀਕਰਨ ਨੂੰ ਆਪਾਂ 7 ਨਾਲ ਗੁਣਾ ਕਰ ਦਾਂਗੇ ਔਰ ਦੂਜੀ ਸਮੀਕਰਨ ਨੂੰ ਆਪਾਂ 5 ਨਾਲ ਗੁਣਾ ਕਰ ਦਾਂਗੇ। ਉੱਪਰ ਆ ਗਿਆ 35x plus 49y 350 ਦੇ ਬਰਾਬਰ, 35x 25y 46 ਦੇ ਬਰਾਬਰ। ਹੁਣ ਕੀ ਕਰਨਾ, ਦੋਨਾਂ ਨੂੰ ਮਾਈਨਸ ਕਰ ਲਓ। ਇੱਧਰ ਮਾਈਨਸ ਹੋ ਗਿਆ, ਇਹ ਕੈਂਸਲ ਹੋ ਗਿਆ। 49 ਚੋਂ 25 ਮਾਈਨਸ ਹੋਇਆ 24 ਆ ਗਿਆ। 350 ਤੋਂ 230 ਮਾਈਨਸ ਹੋਇਆ ਤਾਂ 120 ਆ ਗਿਆ। 24 ਔਰ 120 24 ਐਂਡ 120 ਕੈਂਸਲ ਹੋ ਕੇ y ਦਾ ਮੁੱਲ ਮੇਰੇ ਕੋਲ 5 ਆ ਗਿਆ। ਠੀਕ ਹੈ, ਹੁਣ y ਦਾ ਮੁੱਲ ਆ ਗਿਆ ਯਾਨੀ ਕਿ ਇੱਕ ਕਲਮ ਦਾ ਮੁੱਲ, ਪੈਨ ਦਾ ਮੁੱਲ ਆਪਣੇ ਕੋਲ ਆ ਚੁੱਕਿਆ ਹੈ। ਹੁਣ ਆਪਾਂ ਪਤਾ ਕਰਨਾ ਹੈ ਪੈਨਸਿਲ ਦਾ ਮੁੱਲ। ਕਿਸੇ ਵੀ ਇਕੁਏਸ਼ਨ 'ਚ ਪੁੱਟ ਕਰ ਲਈ ਆਪਾਂ 5x plus 7 multiplied by 5 is equals to 50. The 5x is equals to 50 minus 35. 5x is equals to 15. ਤਾਂ x ਮੇਰੇ ਕੋ ਕਿੰਨਾ ਆ ਗਿਆ 3। ਇੱਕ ਪੈਨਸਿਲ ਦਾ ਮੁੱਲ, cost of 1 pencil is ₹3, cost of 1 pen ਇੱਕ ਕਲਮ ਦਾ ਮੁੱਲ ₹5। ਬਹੁਤ ਹੀ ਸੌਖਾ ਕੁਐਸਚਨ ਸੀ। ਇਹਦੇ ਵਿੱਚ ਆਪਸ਼ਨ ਦੇਖ ਲੈਂਦੇ। ਇੱਕ ਹੋਰ ਕੁਐਸਚਨ ਹੈਗਾ
दूसरा क्वेश्चन है ਇਹਦੇ ਵਿੱਚ ਆਪਸ਼ਨ ਦਾ, ਜੇਕਰ ਕਿਸੇ ਭਿੰਨ ਦੇ ਅੰਸ਼ ਵਿੱਚ 1 ਜੋੜ ਦਈਏ, ਹਰ ਵਿੱਚ ਆਪਾਂ 1 ਘਟਾ ਦਈਏ ਤਾਂ ਭਿੰਨ 1 ਵਿੱਚ ਬਦਲ ਜਾਂਦਾ ਹੈ। ਜੇਕਰ ਸਿਰਫ ਹਰ ਵਿੱਚ 1 ਜੋੜ ਦਈਏ ਤਾਂ ਉਹ 1/2 ਬਣ ਜਾਂਦੀ। ਭਿੰਨ ਪਤਾ ਕਰੋ। if 1 is added to the numerator and 1 is subtracted from the denominator, then the fraction becomes 1. If 1 is added then in the denominator, then the fraction becomes 1/2. Find the fraction. ਤਾਂ ਜਿਹੜੀ ਚੀਜ਼ ਪਤਾ ਕਰਨੀ ਉਹੀ ਮੰਨ ਲਓ ਭਿੰਨ ਹੈ x/y, let the fraction be x/y। ਪਹਿਲਾਂ ਕੀ ਕਹਿੰਦਾ ਹੈ ਉਹ, 1 ਜੋੜ ਦਈਏ, 1 ਪਲੱਸ ਕਰਨਾ ਹੈ x ਦੇ ਵਿੱਚ, ਆ ਕਰ ਲਿਆ। ਔਰ y ਜਿਹੜਾ ਮੰਨਿਆ ਆਪਾਂ ਨਿਊਮਰੇਟਰ ਹਰ, ਉਹਦੇ ਵਿੱਚ 1 ਘਟਾਣਾ ਹੈ ਤਾਂ y-1, ਤੇ ਭਿੰਨ ਆਪਣੇ ਕੋਲ ਹੈਗੀ ਹੈ 1 ਦੇ ਬਰਾਬਰ। ਦੂਜਾ ਕੀ ਕਹਿੰਦਾ ਹੈ, ਹਰ ਵਿੱਚ ਸਿਰਫ 1 ਜੋੜਨਾ ਹੈ ਤਾਂ ਭਿੰਨ ਬਣ ਜਾਏਗੀ 1/2। ਹੁਣ ਇਹਨੂੰ ਆਪਾਂ ਹੱਲ ਕਰ ਲਈਏ, ਸਮੀਕਰਨਾਂ ਬਣਾ ਲਈਏ। ਕ੍ਰਾਸ ਮਲਟੀਪਲਾਈ ਜਦੋਂ ਕਰਾਂਗੇ x+1 y-1 ਦੇ ਬਰਾਬਰ, x - y -2 ਦੇ ਬਰਾਬਰ ਆ ਗਿਆ ਪਹਿਲੀ ਸਮੀਕਰਨ। ਔਰ ਇਧਰੋਂ 2x y+1 ਦੇ ਬਰਾਬਰ, 2x - y 1 ਦੇ ਬਰਾਬਰ ਦੂਜੀ ਸਮੀਕਰਨ। ਇਹਨਾਂ ਨੂੰ ਆਪਾਂ ਇੱਕ ਦੂਜੇ ਥੱਲੇ ਲਿਖਾਂਗੇ। ਦੇਖੋ y ਦੇ ਗੁਣਾਂਕ ਸੇਮ ਹੀ ਨੇ ਤਾਂ ਇੱਥੋਂ ਆਪਾਂ ਨੂੰ ਗੁਣਾਂਕ ਬਰਾਬਰ ਕਰਨ ਦੀ ਬਜਾਏ ਆਪਾਂ ਮਾਈਨਸ ਕਰ ਦਈਏ ਤਾਂ ਮਾਈਨਸ ਹੋ ਗਿਆ, ਪਲੱਸ ਹੋ ਗਿਆ, ਇਧਰੋਂ ਪਲੱਸ ਆ ਗਿਆ ਤਾਂ 2x ਵਿੱਚੋਂ 1x ਮਾਈਨਸ ਹੋਏਗਾ ਤਾਂ 1x ਆ ਗਿਆ। y ਔਰ y ਮੇਰੇ ਹੋ ਗਏ ਕੈਂਸਲ ਔਰ ਇਧਰੋਂ 1 + 2 ਕਿੰਨਾ ਆ ਗਿਆ 3, x ਜਿਹੜਾ ਆ ਗਿਆ 3 ਦੇ ਬਰਾਬਰ। ਠੀਕ ਹੈ, x - y -2 ਦੇ ਬਰਾਬਰ ਸੀ, ਇੱਥੋਂ 3 - y ਬਰਾਬਰ -2, 3 + 2y, y ਆ ਗਿਆ 5। ਤਾਂ ਫ੍ਰੈਕਸ਼ਨ ਭਿੰਨ ਮੇਰੀ ਜਿਹੜੀ ਕਿ x/y ਸੀ ਉਹ ਕਿਹਦੇ ਬਰਾਬਰ ਹੋ ਜਾਏਗੀ ਮੇਰੀ, 3/5। ਦੇਖੋ ਕੁਐਸਚਨ ਕੀ ਕਹਿੰਦਾ ਸੀਗਾ, 3 ਵਿੱਚੋਂ 1 ਜੋੜ ਦਈਏ ਔਰ 5 ਵਿੱਚੋਂ 1 ਘਟਾ ਦਈਏ ਤਾਂ 4/4 1 ਬਣ ਜਾਂਦੀ ਹੈ। ਹਰ ਵਿੱਚ 1 ਜੋੜ ਦਈਏ ਤਾਂ ਭਿੰਨ ਕਿੰਨੀ ਬਣ ਜਾਂਦੀ, 1/2। ਆਪਣਾ ਆਨਸਰ ਬਿਲਕੁਲ ਸਹੀ ਹੈ। ਤਾਂ ਇਹ ਬੇਟਾ ਬਹੁਤ ਹੀ ਇੰਪੋਰਟੈਂਟ 2023 ਦਾ ਬੋਰਡ ਦਾ ਪੇਪਰ ਸੀਗਾ। ਸਾਰੇ ਕੁਐਸਚਨ ਹੀ ਮੋਸਟ ਇੰਪੋਰਟੈਂਟ ਨੇ। ਤੁਸੀਂ ਇਸ ਪੂਰੇ ਪੇਪਰ ਨੂੰ ਚੰਗੀ ਤਰੀਕੇ ਨਾਲ ਕਰ ਲਓ। ਇਹਦੇ ਵਿੱਚੋਂ ਕੁਛ ਨਾ ਕੁਛ ਕੁਐਸਚਨ ਜ਼ਰੂਰ ਰਿਪੀਟ ਹੋਣ ਦੇ ਚਾਂਸ ਰਹਿਣਗੇ। ਨੈਕਸਟ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਹੋਰ ਇੰਪੋਰਟੈਂਟ ਪੇਪਰ ਕਰਵਾਵਾਂਗੀ।